ਹੁਣ ਸਤਿਕਾਰਯੋਗ ਸਰਦਾਰ ਜਸਬੀਰ ਸਿੰਘ ਜੀ ਲੁਧਿਆਣਾ, ਜਿਨ੍ਹਾਂ ਦਾ ਵਿਸ਼ਾ ਹੈ ਅੰਮ੍ਰਿਤ ਇੱਕ ਪ੍ਰਣ, ਉਹਨਾਂ ਤੋਂ ਵਿਸ਼ਾ ਸਰਵਣ ਕਰੀਏ। ਉਸ ਉਪਰੰਤ ਮਿਡਲ ਗਰੁੱਪ ਕਪੂਰਥਲਾ ਜ਼ੋਨ ਦਾ ਕੀਰਤਨ ਹੈ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਉਹ ਵੀ ਸਟੇਜ ਦੇ ਨੇੜੇ ਆ ਜਾਣ। ਆਓ ਸਤਿਕਾਰਯੋਗ ਸਰਦਾਰ ਜਸਬੀਰ ਸਿੰਘ ਜੀ ਪਾਸੋਂ ਅੰਮ੍ਰਿਤ ਇੱਕ ਪ੍ਰਣ ਵਿਸ਼ੇ 'ਤੇ ਵਿਚਾਰ ਸਾਂਝੇ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਜੀ, ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਵੰਗਾਰ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨਾ ਕੀਜੈ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਇਸੇ ਗੱਲ ਨੂੰ ਇਸ ਤਰ੍ਹਾਂ ਅੰਕਿਤ ਕੀਤਾ ਹੈ। ਪਹਿਲਾ ਮਰਨ ਕਬੂਲ, ਜੀਵਨ ਕੀ ਛੜੇ ਆਸ, ਹੋ ਸਭਨਾ ਕੀ ਰੇਨਕਾ ਤੋਂ ਆਓ ਹਮਾਰੇ ਪਾਸ। ਗੁਰੂ ਨਾਨਕ ਦੇਵ ਪਾਤਸ਼ਾਹ, ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਰਜਨ ਦੇਵ ਪਾਤਸ਼ਾਹ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪ ਸੀਸ ਤਲੀ ਤੇ ਰੱਖਣ ਦੀ ਜਾਚ ਸਿਖਾਈ। 1699 ਦੀ ਵਿਸਾਖੀ ਨੂੰ ਸਿੱਖਾਂ ਨੇ ਸੀਸ ਤਲੀ ਤੇ ਰੱਖ ਕੇ ਪੇਸ਼ ਕੀਤੇ। ਗੁਰੂ ਤੇ ਚੇਲੇ ਇੱਕ ਰੂਪ ਹੋ ਗਏ। 1699 ਦੀ ਵਿਸਾਖੀ ਨੂੰ ਇੱਕ ਅਚਰਜ ਖੇਡ ਵਾਪਰੀ। ਅੰਮ੍ਰਿਤ ਵੇਲੇ ਕੇਸਗੜ੍ਹ ਦੇ ਖੁੱਲ੍ਹੇ ਮੈਦਾਨ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਬਾਅਦ ਸੰਗਤਾਂ ਦੇ ਸਨਮੁਖ ਹੋ ਕੇ ਆ ਕੇ ਆਖਿਆ, ਮੈਨੂੰ ਇੱਕ ਸਿਰ ਦੀ ਲੋੜ ਹੈ ਧਰਮ ਦੀ ਖਾਤਰ। ਹੈ ਕੋਈ ਸਿੱਖ ਸ਼ੇਖ ਜਿਹੜਾ ਸੀਸ ਭੇਟ ਕਰ ਸਕੇ? ਸਤਿਗੁਰੂ ਜੀ ਨੇ ਵਗਾਰ ਕੇ ਆਖਿਆ, ਮੈਂ ਨਾਗਾਂ ਨੂੰ ਪਾਵਾਂਗਾ ਪੀਰਾਂ ਦੇ ਉੱਤੇ, ਮੈਂ ਬਿਜਲੀ ਨਚਾਊਂ ਸ਼ਮਸ਼ੀਰਾਂ ਦੇ ਉੱਤੇ, ਮੈਂ ਟੁੱਟੀ ਹੋਈ ਗਰੀਬ ਦੀ ਕਿਸਮਤ ਨੂੰ ਜੋੜਾਂ, ਮੈਂ ਉਹਦੀ ਇੱਕ ਧਾਰ ਅੱਗੇ 22 ਧਾਰਾਂ ਨੂੰ ਰੋੜਾਂ। ਮੈਂ ਕਬਰਾਂ 'ਚੋਂ ਮੁਰਦੇ ਜਗਾਉਣੇ ਆ ਸੁੱਤੇ, ਮੈਂ ਕਸ਼ਤੀ ਨਚਾਊਂ ਤੂਫਾਨਾਂ ਦੇ ਉੱਤੇ। ਹੈ ਕੋਈ ਸਿੱਖ ਜਿਹੜਾ ਸੀਸ ਭੇਟ ਕਰ ਸਕੇ? ਹਜ਼ਾਰਾਂ ਦੀ ਗਿਣਤੀ ਵਿੱਚ ਬੈਠੇ ਹੋਏ ਸਿੱਖ ਸਤਿਗੁਰੂ ਜੀ ਤੋਂ ਸਭ ਕੁਝ ਵਾਰਨ ਵਾਸਤੇ ਤਿਆਰ ਬੈਠੇ ਸਨ। ਉਹਨਾਂ ਵਿੱਚੋਂ ਭਾਈ ਦਇਆ ਰਾਮ ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਦੇ ਸਾਹਮਣੇ ਪੇਸ਼ ਹੁੰਦੇ ਹਨ। ਸਤਿਗੁਰੂ ਜੀ ਪਕੜ ਕੇ ਉਹਨਾਂ ਨੂੰ ਤੰਬੂ ਵਿੱਚ ਲੈ ਜਾਂਦੇ ਹਨ। ਲਹੂ ਲਿਬੜੀ ਤਲਵਾਰ ਲੈ ਕੇ ਜਦੋਂ ਬਾਹਰ ਆਉਂਦੇ ਹਨ, ਸੰਗਤਾਂ ਭੈਭੀਤ ਹੋ ਜਾਂਦੀਆਂ ਹਨ। ਇੱਕ ਸੀਸ ਦੀ ਫੇਰ ਮੰਗ ਕਰਦੇ ਹਨ। ਇਸ ਤਰ੍ਹਾਂ ਵਾਰ-ਵਾਰ 5 ਸਿੱਖ ਆਪਣਾ ਸੀਸ ਭੇਟ ਕਰਦੇ ਹਨ। ਤੇ ਸਤਿਗੁਰੂ ਜੀ ਜਦੋਂ ਉਹਨਾਂ 5 ਨੂੰ ਤੰਬੂ ਵਿੱਚੋਂ ਬਾਹਰ ਲੈ ਕੇ ਆਉਂਦੇ ਹਨ, ਇੱਕੋ ਜਿਹੇ ਸੋਹਣੇ ਦਸਤਾਰੇ ਸਜਾਏ ਹੋਏ ਹਨ, ਇੱਕੋ ਜਿਹੇ ਉਹਨਾਂ ਨੇ ਚੋਲੇ ਪਾਏ ਹੋਏ ਹਨ, ਸੋਹਣੀਆਂ ਕਿਰਪਾਨਾਂ ਪਾਈਆਂ ਹੋਈਆਂ ਸਜਾਈਆਂ ਹੋਈਆਂ ਹਨ। ਤੇ ਸਤਿਗੁਰੂ ਜੀ ਦੇ ਇਸ ਸਿੱਖਾਂ ਦੇ ਸਰੂਪ ਨੂੰ ਵੇਖ ਕੇ ਸੰਗਤਾਂ ਦੰਗ ਰਹਿ ਗਈਆਂ। ਇਹੀ ਸਿੱਖ ਗੁਰੂ ਦੇ ਪਿਆਰੇ ਅਖਵਾਏ। ਸਤਿਗੁਰੂ ਜੀ ਨੇ ਇਹਨਾਂ ਨੂੰ ਅੰਮ੍ਰਿਤ ਛਕਾਇਆ, ਰਹਿਤ ਮਰਿਆਦਾ ਦੀ ਜਾਣਕਾਰੀ ਦਿੱਤੀ ਤੇ ਫਿਰ ਆਪ ਵੀ ਇਹਨਾਂ ਦੇ ਕੋਲੋਂ ਅੰਮ੍ਰਿਤ ਦੀ ਜਾਚਨਾ ਕੀਤੀ ਤੇ ਅੰਮ੍ਰਿਤ ਛਕਿਆ। ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਬਣੇ। ਉਸ ਵਕਤ ਦੇ ਹਾਲਾਤ ਨੂੰ ਇੱਕ ਕਵੀ ਬੜੇ ਸੁੰਦਰ ਲਫ਼ਜ਼ਾਂ 'ਚ ਲਿਖਦਾ ਹੈ। ਕੇਸਗੜ੍ਹ ਦੇ ਤਖਤ ਤੇ ਖੜੇ ਹੋ ਕੇ ਉਹਨੇ ਇਸ਼ਕ ਨੂੰ ਨਵੀਂ ਵੰਗਾਰ ਦਿੱਤੀ। ਮੰਗੇ ਸੀਸ ਤੇ ਆਸ਼ਕਾਂ ਸ਼ੁਕਰ ਕੀਤਾ, ਉਹਨੇ ਤੇਗ ਦੀ ਜ਼ੁਲਫ ਥਵਾਰ ਦਿੱਤੀ ਪੌਲ ਤੇ ਮਿੱਟੀ 'ਚ ਜਿੰਦ ਪੈ ਗਈ। ਚਿੜੀਆਂ ਬਾਜਾਂ ਦੀ ਚਮੜੀ ਉਤਾਰ ਦਿੱਤੀ। ਜਾਤ ਪਾਤ ਦੇ ਸੀਨੇ ਤੇ ਖੜੇ ਹੋ ਕੇ ਉਹਨੇ ਖਾਲਸ ਪੰਚਾਇਤ ਉਸਾਰ ਦਿੱਤੀ। ਸਤਿਗੁਰੂ ਜੀ ਨੇ ਜਿਹੜਾ ਸਭ ਤੋਂ ਪਹਿਲਾਂ ਉਪਦੇਸ਼ ਦਿੱਤਾ, 2 ਮੁਸਲਮਾਨ ਲਿਖਾਰੀ ਬੂਟੇ ਸ਼ਾਹ ਤੇ ਅਹਿਮਦ ਸ਼ਾਹ ਬਟਾਲੀਏ ਆਪਣੀ ਕਲਮ ਦੇ ਨਾਲ ਲਿਖਦੇ ਹਨ। ਕਹਿਣ ਲੱਗੇ, ਸਤਿਗੁਰੂ ਜੀ ਕਹਿਣ ਲੱਗੇ, ਮੈਂ ਚਾਹੁੰਦਾ ਹਾਂ ਤੁਸੀਂ ਸਾਰੇ ਇੱਕੋ ਮਤ ਦੇ ਧਾਰਨੀ ਹੋਵੋ, ਤੁਸੀਂ ਸਾਰੇ ਇੱਕੋ ਰਾਹ ਦੇ ਪਾਂਧੀ ਬਣੋ।
ਵੱਖ-ਵੱਖ ਜਾਤਾਂ ਦੇ ਵਖਰੇਵਿਆਂ ਨੂੰ ਮਿਟਾ ਦਿਓ। ਹਿੰਦੂਆਂ ਦੀਆਂ 4 ਜਾਤਾਂ, ਉਹਨਾਂ ਨੂੰ ਜੜੋਂ ਹੀ ਮੁਕਾ ਦਿਓ। ਕਿਸੇ ਦੇਵੀ ਦੇਵਤੇ ਉੱਪਰ ਭਰੋਸਾ ਨਾ ਰੱਖੋ, ਉਹਨਾਂ ਨੂੰ ਪੂਜੋ ਨਾ। ਗੰਗਾ ਆਦਿ ਦਰਿਆ, ਬ੍ਰਾਹਮਣੀ ਧਰਮ ਅਸਥਾਨ ਤੇ ਤੀਰਥ ਯਾਤਰਾਵਾਂ ਦਾ ਕੋਈ ਲਾਭ ਨਹੀਂ। ਗੁਰੂ ਨਾਨਕ ਪਾਤਸ਼ਾਹ ਤੇ ਬਾਕੀ ਦੇ ਗੁਰੂ ਸਾਹਿਬਾਨਾਂ ਉੱਤੇ ਵਿਸ਼ਵਾਸ ਲੈ ਕੇ ਆਓ, ਅੰਮ੍ਰਿਤ ਛਕੋ ਤੇ ਸਾਰਿਆਂ ਦੇ ਨਾਲ ਖੁੱਲ੍ਹ ਕੇ ਪਿਆਰ ਦੇ ਨਾਲ ਰਹੋ। ਆਪਣੇ ਮਨਾਂ ਦੇ ਵਿੱਚੋਂ ਨਫ਼ਰਤ ਤੇ ਈਰਖਾ ਨੂੰ ਬਾਹਰ ਕੱਢ ਦਿਓ। ਉਸ ਵਕਤ ਸਤਿਗੁਰੂ ਜੀ ਨੇ ਇਹ ਉਪਦੇਸ਼ ਦਿੱਤਾ। ਸਿੱਖਾਂ ਨੇ ਵਿਸਾਖੀ ਵਾਲੇ ਦਿਨ ਜਿਹੜਾ ਪ੍ਰਣ ਕੀਤਾ, ਉਹ ਪ੍ਰਣ ਕੀ ਸੀ? ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਇਹ ਸੀ ਪ੍ਰਣ। ਸਤਿਗੁਰੂ ਅੱਗੇ ਸੀਸ ਭੇਟ ਦਿਓ, ਇਹ ਸੀ ਪ੍ਰਣ। ਸਤਿਗੁਰੂ ਦੇ ਉਪਦੇਸ਼ਾਂ ਨੂੰ ਮੰਨ ਕੇ ਮਨਮਤ ਨੂੰ ਤਿਆਗਣਾ ਤੇ ਗੁਰਮਤ ਨੂੰ ਧਾਰਨ ਕਰਨਾ, ਇਹ ਸੀ ਪ੍ਰਣ। ਸਿਰ ਜਾਏ ਤਾਂ ਜਾਏ ਮੇਰਾ, ਸਿੱਖੀ ਸਿਦਕ ਨਾ ਜਾਏ, ਇਹ ਸੀ ਪ੍ਰਣ। ਦੀਨ ਕੇ ਹੇਤ ਮਰਨ ਦਾ ਪ੍ਰਣ, ਪੁਰਜਾ ਪੁਰਜਾ ਕੱਟ ਮਰਨ ਦਾ ਪ੍ਰਣ। ਜਿਨ੍ਹਾਂ ਨੇ ਇਹ ਪ੍ਰਣ ਪਾਲਿਆ, ਸਤਿਗੁਰੂ ਜੀ ਨਾਲ ਪ੍ਰਣ ਕੀਤਾ, ਤੇ ਫਿਰ ਸਤਿਗੁਰੂ ਜੀ ਨੇ ਉਹਨਾਂ ਦੇ ਉੱਤੇ ਬਖਸ਼ਿਸ਼ਾਂ ਵੀ ਕੀਤੀਆਂ। ਸਤਿਗੁਰੂ ਦੀਆਂ ਬਖਸ਼ਿਸ਼ਾਂ ਖਾਲਸਾ ਸਾਜ ਕੇ ਸਤਿਗੁਰੂ ਜੀ ਆਪਣੇ ਖਾਲਸੇ ਦੇ ਉੱਤੇ ਰੀਝ ਉੱਠੇ। ਰੀਝ ਦੇ ਵੀ ਕਿਉਂ ਨਾ, 230 ਸਾਲਾਂ ਦੀ ਇਹ ਕਮਾਈ ਦਾ ਸਿੱਟਾ ਸੀ, ਮਿਹਨਤ ਦਾ ਸਿੱਟਾ ਸੀ, ਤੇ ਸਤਿਗੁਰੂ ਜੀ ਆਪਣੇ ਖਾਲਸੇ ਦੀ ਉਪਮਾ 'ਚ ਕਹਿ ਉੱਠੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕरूँ ਨਿਵਾਸ, ਖਾਲਸਾ मेरो मुख है अंगा, खालसे के हूँ सद सद संगा, खालसा मेरो इष्ट सुहिर्द, खालसा मेरो कहियत बिरद, खालसा मेरो सतगुर पूरा, खालसा मेरो सज्जन सूरा, खालसा मेरो पिंड प्राण, खालसा मेरी जान की जान। कहन लगे ये जड़ियां गल्लां मैं कीतियां ने ना, ये बिल्कुल सच हैं। रंचक मात्र भी ये झूठ नहीं। गुरु नानक पातशाह इस गल के साक्षी हैं। या मैं रंचना मिथ्या भाखी, पार ब्रह्म गुरु नानक साखी। हों खालसे का खालसा मेरो, किवें ओत पोत सागर बंदेरो। जिवें बूंद ते सागर एक मिक हो जाते हैं, इस तरह मैं ते मेरा खालसा एक मिक हाँ। गुरु प्यारिओ, जिन्हां ने यह प्रण किया, उन्हां ते बख्शिशां होईयां। जिन्होंने निमाणे किया जाता सी, निताणे किया जाता सी, सतगुरु जी ने उन्होंने वडियाइयां बख्शिश कीतियां। जिन्नियां जित्तां प्राप्त कीतियां, जिन्ने सतगुरु जी ने युद्ध जिते, उन्हां सारियां दा सेहरा खालसा पंथ के सिर ते बन दिता। सतगुरु जी ने फरमाया, युद्ध जिते इन्हीं के प्रसाद, इन्हीं के प्रसाद सो दान करे, इन्हीं के अग ओग टरे, इन्हीं के प्रसाद, इन्हीं की कृपा सो धाम परे, इन्हीं के प्रसाद सो विद्या लई, इन्हीं की कृपा सब शत्र मरे, इन्हीं की कृपा के सजे हम हैं, नहीं मोसो गरीब करोड़ परे। सेव करी इन्हीं की भावत, और की सेव सुहात ना जी को, दान दियो इन्हीं को पलो, और आन को दान ना लागत लिखो। सतगुरु जी ने इन्नियां वडियाइयां बख्शिश कीतियां। असल में जिहड़ा खालसा सी, वो अकाल पुरख की मर्जी के नाल इच्छा मुताबक साजिया गया सी। खालसा अकाल पुरख की फौज, प्रगटियो खालसा परमात्म की मौज। खालसा दीन दुनिया की रक्षा वास्ते साजिया गया सी। सदाचार गुणा ते धर्म के बोल वाले वास्ते संसार में साजिया गया सी। सच ते इंसाफ का गुला घुटन वालियां नूं सजावां देण वास्ते छापिया गया सी। जालमां नूं, आकियां नूं, जुल्म करन वालियां नूं सोधा लाउण वास्ते साजिया गया सी। सतगुरु जी के दरबारी कवि सैना सिंह सैनापति लिखता है, असुर संघारवे को, दुर्जन को मारवे को, संकट निवारवे को खालसा बनायो है। ते तनख्वाह नामे अंदर भाई साहब भाई नंद लाल जी फरमाते हैं, खालसा सोए जो निंदा त्यागै, खालसा सोए जो लड़े हुए आगै, खालसा सोए पर दृष्ट त्यागै, खालसा सोए नाम रत लागै,
खालसा सोए निर्धन को पालै, खालसा सोए दुष्टन को गालै। सतगुरु जी ने जिन्हों ने यह प्रण कर लिया, जिन्हों ने अमृत की दात ले ली, फिर जिन्होंने नीच किया जाता सी, निमाणे किया जाता सी, जिन्हों ने शूद्र किया जाता सी, कमी किया जाता सी, सतगुरु जी ने उन्होंने सरदारियां बख्शिश कीतियां। कलगीधर पातशाह तो थापड़ा लैके बाबा बंदा सिंह बहादुर की अगवाई के हेठ जदों इन्होंने पंजाब विच पैर धरिया, सोनीपत कैथल सढोरे नूं सर करते हुए 14 मई 1710 ईस्वी नूं सरहंद फतेह की ते सरहंद की इट नाल इट खड़का दी। छेती ही पूरे पंजाब दे विच सिखां दा राज होया, धर्म दा राज स्थापित होया। जिन्हां नूं नीच किया जांदा सी, शूद्र किया जांदा सी, उन्हां नूं सरदारियां बख्शिश कर दित्तियां, धर्म दा राज स्थापित होया। सतगुरु कलगीधर पातशाह जी दा सुपना साकार होया ते कवियां ने यह गल लिखी, जिनकी जात और कुलमाही सरदारी ना भई कदाही, तिन्ही को सरदार बनाऊं तबे गोविंद सिंह नाम कहूं। गुज्जर गवार अहीर कम जात, कंबो शूद्र ना को पूछे जात, चीवर नाई रोड़े कमियार, सैनी सनियारे चूड़े चमियार, पट ओ ब्राह्मण होते मंगवार, बहु रुपये लुबाने कब्यार, इन गरीब सिखण को दे पातशाही, याद करे हमारी गुरियाई। सतगुरु जी ने यह बख्शिशां कीतियां, वडियाई बख्शिश की खालसे नूं, ते इस प्रण करन दे नाल जीवन के उत्ते प्रभाव की पिया। सब तो पहला प्रभाव अनुशासन। अमृत छका के सतगुरु कलगीधर पातशाह ने जिहड़ी रहत मर्यादा दसी, वो सिख का अनुशासन है। अमृत वेले उठना, नितनेम दीयां बाणियां पढ़नियां, बाणी का अभ्यास करना, गुरुद्वारा साहब जाके गुरबाणी कीर्तन सुनना, दिन वेले धर्म की सुची सच्ची किरत करनी, ते जिहड़ा इस किरत नूं फल लगना, उहदे विचों दीन दुखियां ते लोड़वंदां दी सहायता करनी, सतगुरु जी के मिशन नूं अगे तोरन वास्ते सहयोग करना, कुकर्मां तो बचदियां होयां सदाचारक जीवन जीउंदियां होयां सदा सुखी रहना। ये अनुशासन सतगुरु जी के इस प्रण करके प्रभाव पिया। दूजा प्रभाव उच्चा सुच्चा किरदार। संसार के इतिहास के अंदर जदों योधे जंग लड़ते सन, तो जंग के मैदान अंदर हर जायज़ ते नजायज़ ढंग तरीके वो ठीक समझते सन। इस करके जदों जितने वाली फौज हारन वालियां दे इलाके नूं लुटदी, उत्थे बर्बादी करदी, धीआं भैणां दी बेपत्ती हुंदी, इत्थों तक कि इको ही धर्म नूं मनण वाले लोग भी एक कुकर्म करन लगे घबराउंदे ना। पर खालसे दे जीवन ते प्रभाव की पिया। जंग दे मैदान दे अंदर भी खालसे ने गुरु साहब दीयां सिक्ख्यावां नूं अपने पल्ले बनी रखिया। जंग दे मैदान अंदर दुश्मन नाल दो दो हाथ कीते, युद्ध लड़े, जंगा लड़ियां, पर आम नागरिक ते धीआं भैणां नूं किसी तरह की परेशानी या कष्ट नहीं होण दिता। इसे करके दुश्मन की धी भैन नूं भी अपनी धी भैन समझिया। ते जदों एक बार जंग के मैदान दे विच मुगलों के एक कैंप के उपर खालसाई फौज हमला करती है, तो की वेखते हैं तो उत्थे केवल मुगल बेगमां हैं, तो ये अपनियां किरपानां म्यान विच पा लेंदे हैं ते वापस आ जाते हैं। काजी नूर मुहम्मद सिखां दे इस दलेरी ते उच्चे किरदार नूं वेख के आखदा है, कहन लगा शाबाश सगां दी कौम नूं जिहड़े दुश्मन दी भी मां बेटी नूं अपनी मां बेटी समझदे हैं। काजी नूर मुहम्मद सिखां दे उच्चे सुच्चे किरदार का वर्णन अपने जंगनामे दे विच लिखदा है, ते जिहदा तर्जमा करदियां होया वो लिखदा है, इन्हां नूं कुत्ते ना आखो, ये असल विच शेर हैं, मैदाने जंग अंदर शेरां दी तरह दलेर हैं, ये ना मर्द ते कायर दे उत्ते वार नहीं करते, भज्जे जांदे दुश्मन दा राह नहीं रोकते, ये औरत के गहणियां ते टुंबां नूं छूंदे तक नहीं। औरत चाहे राणी होवे चाहे दासी होवे,
ਇਹ ਉਹਨੂੰ ਹੱਥ ਤੱਕ ਨਹੀਂ ਲਗਾਉਂਦੇ। ਇਹਨਾਂ ਕੁੱਤਿਆਂ ਦੇ ਵਿੱਚ ਕੋਈ ਵਿਵਚਾਰੀ ਨਹੀਂ ਹੁੰਦਾ। ਔਰਤ ਚਾਹੇ ਛੋਟੀ ਉਮਰ ਦੀ ਹੋਵੇ ਚਾਹੇ ਵੱਡੀ ਹੋਵੇ, ਇਹ ਸਾਰਿਆਂ ਨੂੰ ਬੁੱਢੀ ਕਹਿ ਕੇ ਬੁਲਾਉਂਦੇ ਹਨ, ਕਿਉਂਕਿ ਹਿੰਦੀ ਵਿੱਚ ਬੁੱਢੀ ਸ਼ਬਦ ਵੱਡੀ ਉਮਰ ਦੀ ਔਰਤ ਵਾਸਤੇ ਵਰਤਿਆ ਗਿਆ ਹੈ। ਕਹਿਣ ਲੱਗੇ ਇਹਨਾਂ ਦੇ ਵਿੱਚ ਕੋਈ ਚੋਰ ਨਹੀਂ ਹੁੰਦਾ, ਤੇ ਚੋਰ ਨੂੰ ਇਹ ਆਪਣਾ ਮਿੱਤਰ ਵੀ ਨਹੀਂ ਬਣਾਉਂਦੇ। ਇੰਨਾ ਉੱਚਾ ਸੁੱਚਾ ਕਿਰਦਾਰ ਦਾ ਵਰਣਨ ਕੀਤਾ ਹੈ ਕਾਜ਼ੀ ਨੂਰ ਮੁਹੰਮਦ ਨੇ। ਜਿਹੜਾ ਤੀਸਰਾ ਪ੍ਰਭਾਵ ਪਿਆ ਅੰਮ੍ਰਿਤ ਦੀ ਦਾਤ ਲੈ ਕੇ ਪ੍ਰਣ ਕਰਕੇ, ਉਹ ਸੀ ਜਾਤ ਪਾਤ ਦਾ। ਹਿੰਦੁਸਤਾਨ ਦੇ ਇਤਿਹਾਸ ਅੰਦਰ ਸਭ ਤੋਂ ਮੰਨੀ ਜਾਂਦੀ ਧਾਰਮਿਕ ਪੁਰਾਣੀ ਪੁਸਤਕ ਜੋ ਹੈ ਰਿਗਵੇਦ, ਜਾਤ ਪਾਤ ਤੇ ਵਰਨ ਵੰਡ ਨੂੰ ਇਸ ਦੀ ਪ੍ਰਵਾਨਗੀ ਮਿਲੀ ਹੋਈ ਹੈ। ਮਨੂ ਸਿਮਰਤੀ ਤੇ ਹੋਰਨਾਂ ਸਿਮਰਤੀਆਂ ਨੇ ਇਸ ਜਾਤ ਪਾਤ ਤੇ ਵਰਨ ਵੰਡ ਨੂੰ ਕਠੋਰਤਾ ਦੇ ਨਾਲ ਲਾਗੂ ਕੀਤਾ, ਤੇ ਮੰਨੀਆਂ ਜਾਂਦੀਆਂ ਚਾਰ ਵਰਨ, ਚਾਰ ਜਾਤਾਂ ਜਿਹੜੀਆਂ ਹਿੰਦੂ ਧਰਮ ਦੀਆਂ ਹਨ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ, ਇਹ ਤੇ ਜਗਤ ਪ੍ਰਸਿੱਧ ਹਨ। ਬ੍ਰਾਹਮਣ ਨੇ ਆਪਣੇ ਆਪ ਨੂੰ ਉੱਚਾ ਸਮਝਿਆ ਤੇ ਪੂਜਾ ਕਰਵਾਈ, ਤੇ ਉੱਥੇ ਹੀ ਸ਼ੂਦਰ ਨੂੰ ਨੀਚ ਸਮਝ ਕੇ ਮਾੜੇ ਕੰਮ ਦੇ ਦਿੱਤੇ ਗਏ, ਤੇ ਇਹਨਾਂ ਦੇ ਨਾਲ ਗਾਲੀ ਗਲੋਚ ਕੀਤਾ ਗਿਆ, ਸਜ਼ਾਵਾਂ ਦਿੱਤੀਆਂ ਗਈਆਂ ਇਹਨੂੰ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਇਹਨਾਂ ਦੇ ਨਾਲ ਆ ਕੇ ਖੜ ਗਏ। ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਦੇ ਕੇ ਸਾਰੇ ਵਰਨਾਂ, ਸਾਰੀਆਂ ਜਾਤਾਂ ਨੂੰ ਇੱਕੇ ਬਾਟੇ ਵਿੱਚੋਂ ਅੰਮ੍ਰਿਤ ਛਕਾਇਆ, ਤੇ ਜਾਤ ਪਾਤ ਦੇ ਦੈਂਤ ਨੂੰ ਸਿੰਘਾਂ ਤੋਂ ਫੜ ਕੇ ਵਗਾ ਕੇ ਮਾਰਿਆ। ਸਦੀਆਂ ਤੋਂ ਜਿਹੜਾ ਜਾਤ ਪਾਤ ਦਾ ਭੂਤ ਸੀ, ਉਹ ਸਤਿਗੁਰੂ ਜੀ ਦੇ ਇੱਕੋ ਨਿਸ਼ਾਨੇ ਦੇ ਨਾਲ ਢਹਿ ਢੇਰੀ ਹੋ ਗਿਆ। ਇਹ ਸੀ ਉਹ ਪ੍ਰਭਾਵ, ਤੇ ਜਿਹੜੀ ਨਵੀਂ ਦਿਸ਼ਾ ਦਿੱਤੀ ਇਸ ਪ੍ਰਣ ਨੇ, ਇਸ ਅੰਮ੍ਰਿਤ ਨੇ। ਸਦੀਆਂ ਤੋਂ ਗੁਲਾਮ ਕੌਮ ਹਿੰਦੁਸਤਾਨ ਦੀਆਂ ਕਿਸੇ ਦੇ ਵਿੱਚ ਹਿੰਮਤ ਨਹੀਂ ਸੀ ਕਿ ਉਹ ਮੁਗਲਾਂ ਦੇ ਸਾਹਮਣੇ ਖੜ ਜਾਣ ਜਾਂ ਅੜ ਜਾਣ। ਅੰਮ੍ਰਿਤ ਦੇ 5 ਘੁੱਟ ਲੈ ਕੇ ਉਹਨਾਂ ਨੇ ਇਹਨਾਂ ਦਾ ਮੁਕਾਬਲਾ ਕੀਤਾ। 5.5 ਸਾਲ ਦੇ ਰਾਜ ਤੋਂ ਬਾਅਦ ਸਿੱਖਾਂ ਨੇ ਬਗਾਵਤ ਦਾ ਰਾਹ ਚੁਣਿਆ। ਲਗਾਤਾਰ 50 ਸਾਲ ਇਹਨਾਂ ਉੱਤੇ ਜ਼ੁਲਮ ਹੋਏ, ਬੰਦ ਕੱਟੇ ਗਏ, ਖੋਪਰੀਆਂ ਲਾਈਆਂ ਗਈਆਂ, ਚਰਖੜੀਆਂ ਤੇ ਚਾੜੇ ਗਏ, ਤੇ ਆਖਰ ਕੁਰਬਾਨੀਆਂ ਰੰਗ ਲੈ ਕੇ ਆਈਆਂ, ਤੇ ਮਿਸਲਾਂ ਦਾ ਰਾਜ ਆਇਆ। ਮਿਸਲਾਂ ਦੇ ਰਾਜ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, ਧਰਮ ਦਾ ਰਾਜ ਸਥਾਪਿਤ ਹੋਇਆ, ਸਰਕਾਰੇ ਖਾਲਸਾ ਸਥਾਪਿਤ ਹੋਈ, ਤੇ ਦੀਨ ਦੁਖੀਆਂ ਦੀ ਸਰਕਾਰ ਬਣੀ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਆਪਸ ਵਿੱਚ ਫੁੱਟ ਪੈ ਗਈ। ਚੌਧਰਾਂ ਦੇ ਲਾਲਚ ਵਿੱਚ, ਜ਼ਮੀਨਾਂ ਦੇ ਲਾਲਚ ਵਿੱਚ, ਅਹੁਦਿਆਂ ਦੇ ਲਾਲਚ ਵਿੱਚ ਇਸ ਫੁੱਟ ਨੇ ਰਾਜ ਭਾਗ ਦਾ ਖਾਤਮਾ ਕਰ ਦਿੱਤਾ, ਪਤਨ ਕਰ ਦਿੱਤਾ। ਜਿੱਤੀਆਂ ਹੋਈਆਂ ਜੰਗਾਂ ਹਾਰ ਦਾ ਮੂੰਹ ਵੇਖਣਾ ਪਿਆ, ਤੇ ਕਵੀਆਂ ਨੂੰ ਇਹ ਗੱਲ ਲਿਖਣੀ ਪਈ। ਇਹ ਸੱਚ ਹੈ, ਫੁੱਟ ਦੇ ਸੜੇ ਹੋਏ ਹਾਂ, ਅੱਧੇ ਜਿਉਂਦੇ ਤੇ ਅੱਧੇ ਮਰੇ ਹੋਏ ਹਾਂ। ਤੈਨੂੰ ਸ਼ਾਹ ਮੁਹੰਮਦ ਨੇ ਦੱਸਿਆ ਨਹੀਂ ਕਿਵੇਂ ਜਿੱਤ ਕੇ ਬਾਜੀਆਂ ਹਰੇ ਹੋਏ ਹਾਂ। ਫਿਰ ਅੰਗਰੇਜ਼ਾਂ ਦਾ ਰਾਜ ਆਇਆ। 86% ਤੋਂ ਵੱਧ ਕੁਰਬਾਨੀਆਂ ਦੇ ਨਾਲ ਫਿਰ ਆਜ਼ਾਦੀ ਪ੍ਰਾਪਤ ਕੀਤੀ। ਪਰ ਮੌਕੇ ਦੀਆਂ ਹਕੂਮਤਾਂ ਨੇ ਤੇ ਲੀਡਰਸ਼ਿਪ ਨੇ ਸਿੱਖਾਂ ਨਾਲ ਕੀਤੇ ਹੋਏ ਵਾਅਦਿਆਂ ਤੋਂ ਮੁਨਕਰ ਹੋ ਗਏ, ਤੇ ਫਿਰ ਸਿੱਖਾਂ ਨੂੰ ਦੂਜੇ ਦਰਜੇ ਦਾ ਸ਼ਹਿਰੀ ਸਮਝਿਆ ਜਾਣ ਲੱਗਾ। ਇਹਨਾਂ ਦੇ ਧਰਮ ਸਥਾਨਾਂ ਦੇ ਉੱਤੇ ਟੈਂਕਾਂ ਦੇ ਨਾਲ, ਫੌਜਾਂ ਦੇ ਨਾਲ ਹਮਲੇ ਕੀਤੇ ਗਏ। ਸਰਕਾਰਾਂ ਨੇ ਡੇਰਾਵਾਦ ਨੂੰ ਉਤਸ਼ਾਹਿਤ ਕੀਤਾ। ਸਿੱਖਾਂ ਦੇ ਅੰਦਰ ਪਤਿਤ ਪੁਨਾ ਵਧਾਉਣ ਵਾਸਤੇ ਇਹਨਾਂ ਦੇ ਬੱਚਿਆਂ ਦੇ ਵਿੱਚ ਨਸ਼ੇ ਵਾੜੇ ਗਏ। ਸਿੱਖਾਂ ਦੀ ਹਾਲਤ ਉਸ ਫਰਸ਼ ਤੋਂ ਅਰਸ਼ ਤੋਂ ਫਰਸ਼ ਵਾਲੀ ਹੋ ਗਈ। ਅੱਜ ਜਦੋਂ ਅਸੀਂ ਆਪਣੀ ਕੌਮ ਵੱਲ ਝਾਤੀ ਮਾਰ ਕੇ ਵੇਖਦੇ ਹਾਂ, ਅਸੀਂ ਰਾਜ ਭਾਗ ਦੇ ਮਾਲਕ, ਤੇ ਅੱਜ ਥਾਂ ਥਾਂ ਤੇ ਇਨਸਾਫ ਮੰਗਣ ਵਾਸਤੇ ਤੁਰੇ ਹੋਏ ਹਾਂ। ਬੇਗੁਨਾਹ ਸਿੱਖ ਨੌਜਵਾਨ ਜੇਲ੍ਹਾਂ ਵਿੱਚ ਡੱਕੇ ਹੋਏ ਹਨ। ਹਜ਼ਾਰਾਂ ਸਿੱਖਾਂ ਦੇ ਪੁਲਿਸ ਮੁਕਾਬਲੇ ਬਣਾ ਦਿੱਤੇ ਗਏ। ਆਖਰ ਸਾਡੀ ਇਹ ਹਾਲਤ ਬਣੀ ਕਿਉਂ? ਕਿਉਂਕਿ ਅਸੀਂ ਜਦੋਂ ਗੁਰੂ ਨਾਲ ਕੀਤੇ ਹੋਏ ਪ੍ਰਣ ਤੋਂ ਟੁੱਟ ਗਏ, ਤੇ ਫਿਰ ਸਾਡੀ ਇਹ ਹਾਲਤ ਬਣ ਗਈ। ਅੱਜ ਲੋੜ ਹੈ ਸਿੱਖ ਨੂੰ ਇਸ ਗਫਲਤ ਦੀ ਨੀਂਦ ਵਿੱਚੋਂ ਜਾਗਣ ਦੀ, ਤਾਂ ਕਿ ਫਿਰ ਅਸੀਂ ਦੁਬਾਰਾ ਆਪਣਾ ਉਹ ਮੁਕਾਮ ਹਾਸਲ ਕਰ ਸਕੀਏ। ਇਹਦੇ ਵਾਸਤੇ ਕਵੀ ਦੀਆਂ ਇਹ ਲਾਣਾ, ਏਡੀ ਲੰਮੀ ਨੀਂਦਰ ਨਾ ਸ਼ੇਰਾਂ ਤਾਈਂ ਚੰਗੀ ਹੁੰਦੀ, ਜਾਗ ਜਾਗ ਖਾਲਸਾ ਤਿਆਗ ਇਹ ਖੁਮਾਰੀਆਂ, ਦੇ ਕੁਰਬਾਨੀਆਂ ਸਿਰ ਦੇ ਕੇ ਲਈ ਸਿੱਖੀ,
ਹੱਥੀ ਨਾ ਉਜਾੜਨਾ ਇਹ ਕੇਸਰ ਕਿਆਰੀਆਂ। ਭੁੱਲ ਨਾ ਬਚਨ ਤੂੰ ਗੁਰੂ ਦਸ਼ਮੇਸ਼ ਜੀ ਦਾ, ਤਬ ਲਗ ਤੇਜ ਜਬ ਸੂਰਤਾਂ ਨੇ ਆ ਰਹੀਆਂ। ਸਾਮ ਸਿੱਖੀ ਵੇਸ ਸੋਹਣੇ ਕੇਸ ਹੋ ਤਿਆਰ ਸਿੰਘਾ, ਰੱਖ ਗੁਰੂ ਜਾਤ ਜਿਸ ਬਖਸ਼ੀਆਂ ਸਰਦਾਰੀਆਂ, ਰੱਖ ਗੁਰੂ ਜਾਤ ਜਿਸ ਬਖਸ਼ੀਆਂ ਸਰਦਾਰੀਆਂ। ਸੋ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।